पर 4 महीने आके मैं इत्थे अपनी रिसर्च करदी हुंदी हाँ, क्योंकि पंजाब दे विच शेक्सपीयर पढ़ना तो पंजाब 'च रहना जरूरी आ। तो मैं उदा भी आनी हुंदी हाँ। इस बार मैं कहता कि मैं अपनी रिसर्च कैंसल कर दी पई हाँ, तो उस तो इलावा मैं दिल्ली जा रही हाँ। कहते आ जाओ, ਇੱਥੇ ਆ ਗਏ। बस आ गए। औखा नहीं सीगा, जे आना हुंदा बंदा आ जांदा है। औख दी गल नहीं हुंदी, जे तुसीं बाहर जा सकदे तो वापस भी आ सकते हो। सरदार दर्शन सिंह जी हैगे उत्थे पिल खम्बर नंबर 1 783 कोल, मैं उन्होंने बेबे कहनी क्योंकि वही रोज़ खाना खिलाते। फैमिली बना ली है इत्थे आके। वही मैं कहनी तुसीं ਜਦੋਂ ਇਹ ਰੈਵੋਲੂਸ਼ਨ ਨੂੰ ਦੇਖਦੇ ਹੋ ਨਾ, ਸੰਘਰਸ਼ ਨੂੰ ਦੇਖਦੇ ਹੋ, ਤੁਸੀਂ ਇਹਨੂੰ ਸੰਘਰਸ਼ ਦੇ ਤੌਰ ਤੋਂ ਇਲਾਵਾ ਇਹ ਵੀ ਦੇਖੋ ਕਿ ਲਾਈਕ ਲੋਕਾਂ ਨੇ ਆਪਣੇ ਪਰਿਵਾਰ ਕਿੱਦਾਂ ਖੜੇ ਕਰ ਲਏ। ਕਮਿਊਨਿਟੀ ਰੈਵੋਲੂਸ਼ਨ ਹੈ, ਲੋਕਾਂ ਦਾ ਰੈਵੋਲੂਸ਼ਨ ਹੈ ਨਾ, ਵੱਖਰੇ ਰਹਿ ਕੇ ਨਹੀਂ ਆ ਰਹੇ, ਰੋਜ਼ ਆਪਣੇ ਘਰ ਜਾ ਕੇ ਫਿਰ ਵਾਪਸ ਨਹੀਂ ਆ ਰਹੇ। ਇੱਥੇ ਉਹਨਾਂ ਨੇ ਆਪਣੀ ਜੀਵਨ ਬਸਾ ਲਿਆ। 2 ਮਹੀਨੇ ਹੋ ਗਏ ਯਾਰ। ਸੜਕਾਂ ਸ਼ਹਿਰਾਂ ਨੂੰ ਜੋੜਨ ਲਈ ਹੈਗੀਆਂ, ਰਹਿਣ ਲਈ ਨਹੀਂ ਹੁੰਦੀਆਂ। ਘਰ ਇੱਕ ਕੰਫਰਟੇਬਲ ਸਪੇਸ ਹੁੰਦੀ ਜਿੱਥੇ ਤੁਸੀਂ ਰਹਿੰਦੇ ਹੋ। ਲੋਕਾਂ ਨੇ ਸੜਕਾਂ ਜਿਹੜੀ ਘਰਾਂ ਦੇ ਵਿੱਚ ਕਮਿਊਟ ਕਰਨ ਲਈ ਹੁੰਦੀਆਂ ਸੀਗੀਆਂ, ਉੱਥੇ ਘਰ ਬਣਾ ਦਿੱਤੇ ਆਪਣੇ। ਠੀਕ ਹੈ, ਘਰ ਬਣਾਉਣਾ ਆਪਣੇ ਆਪ ਸੰਘਰਸ਼ ਦਾ ਕੰਮ ਹੈ, ਪਰ ਉਹ ਘਰ ਦੇ ਵਿੱਚ ਸਰਦੀਆਂ 'ਚ ਰਹਿਣਾ ਬਹੁਤ ਵੱਡੀ ਗੱਲ ਆ ਜਾਂਦੀ ਹੈ। ਤਾਂ ਸੰਘਰਸ਼ ਕਰਨ ਦੇ ਵੱਖ-ਵੱਖ ਤਰੀਕੇ ਦੇਖੇ ਮੈਂ ਇੱਥੇ ਆ ਕੇ। ਖਾਲੀ ਕਮਰੇ 'ਚ ਬਹਿ ਕੇ ਲੜ ਨਹੀਂ ਸਕਦੇ ਕਿਸੇ ਨਾਲ, ਲੜਨ ਦੇ ਤਰੀਕੇ ਨਹੀਂ ਸਿੱਖ ਸਕਦੇ। ਤੇ ਲੜਨ ਤੋਂ ਮੇਰਾ ਮਤਲਬ ਹੈ ਇੰਟੈਲੈਕਚੁਅਲੀ ਕਿੱਦਾਂ ਵੀ ਲੜ ਸਕਦੇ ਆ। ਤੇ ਲੋਕੀ ਜਦੋਂ ਆਪਣੀ ਹਿਸਟਰੀ ਪੜ੍ਹਦੇ, ਸਿੱਖ ਹਿਸਟਰੀ ਪੜ੍ਹਦੇ, ਉਹਨਾਂ ਨੂੰ ਪਤਾ ਲੱਗਦਾ ਕਿ ਸਾਡੇ ਗੁਰੂਆਂ ਨੇ ਕਿੱਦਾਂ ਲੜਿਆ ਲੋਕਾਂ ਨਾਲ। ਉਹਨਾਂ ਜਦੋਂ ਰੈਵੋਲੂਸ਼ਨ ਬਾਰੇ ਪੜ੍ਹਦੇ, 47 84 ਬਾਰੇ ਪੜ੍ਹਦੇ ਆ, ਉਹਨਾਂ ਨੂੰ ਹੋਰ ਪਤਾ ਲੱਗਦਾ ਕਿ ਸਾਡੀ ਹਿਸਟਰੀ ਕੀ ਰਹੀ ਆ। ਤਾਂ ਬੇਸਿਕਲੀ ਟਾਨੀ ਦਾ ਆਈਡੀਆ ਸੀਗਾ ਕਿ ਅਸੀਂ ਲੋਕਾਂ ਨੂੰ ਪੜ੍ਹਨ ਲਈ ਚੀਜ਼ਾਂ ਦੇਈਏ। ਪੰਜਾਬ ਦਾ ਯੂਥ ਤੇ ਸਾਰੇ ਬਜ਼ੁਰਗ ਲੋਕ ਇਸ ਟਾਈਮ ਪੜ੍ਹਦੇ ਪਏ ਹੈਗੇ। ਤੁਸੀਂ ਰਜਿਸਟਰ ਆ ਕੇ ਸਾਡੇ ਦੇਖੋ, ਪੇਜ ਤੇ ਪੇਜ ਭਰੇ ਹੋਏ ਹੈਗੇ। ਲੋਕੀ ਆ ਕੇ ਪੁੱਛਦੇ ਇਹ ਕਿਤਾਬ ਹੈਗੀ, ਇਹ ਰਾਈਟਰ ਦੀ ਕਿਤਾਬ ਹੈਗੀ। ਜੇ ਇੰਟਰਸਟ ਜਾਗਿਆ ਪਿਆ ਤਾਂ ਹੋਰ ਜਗਾਓ। ਤੁਸੀਂ ਜੁੜੇ ਹੋਏ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵੀਆ। ਅਮਰੀਕਾ ਬਿਲਕੁਲ ਦੂਜੇ ਪਾਸੇ ਜੇ ਪੈ ਜਾਂਦਾ ਸਾਨੂੰ, ਪਰ ਜੇ ਤੁਸੀਂ ਕਿਸਾਨਾਂ ਦੇ ਲਈ, ਜੇ ਤੁਸੀਂ ਇਸ ਅੰਦੋਲਨ ਦੇ ਲਈ ਹਮਦਰਦੀ ਰੱਖਦੇ ਹੋ ਤਾਂ ਫਿਰ ਨੇੜੇ ਵੀ ਬਹੁਤ ਹੈ। ਮੇਰੇ ਨਾਲ ਇੱਕ ਲੜਕੀ ਆ ਜੋ ਕਿ ਅਮਰੀਕਾ ਤੋਂ ਇੱਥੇ ਆ। ਹੋਣ ਦਾ ਕਾਰਨ ਵੀ ਪੁੱਛਦੇ ਹਾਂ। ਵੈਸੇ ਤੁਹਾਨੂੰ ਪਤਾ ਲੱਗ ਗਿਆ ਹੋਣਾ, ਜੇ ਟਰਾਲੀ 'ਚ ਬੈਠ ਕੇ ਗੱਲਬਾਤ ਕਰ ਰਹੇ ਹਾਂ ਤਾਂ ਇਹਨਾਂ ਦੇ ਆਉਣ ਦਾ ਕਾਰਨ ਕੀ ਹੋਣਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਜੀ ਤੁਹਾਡਾ? ਵਿਜੇਤਾ ਸੈਣੀ। ਵਿਜੇਤਾ, ਕਿਹੜੀ ਜਗ੍ਹਾ ਤੋਂ ਤੁਸੀਂ ਹੋ? ਮੈਂ ਉਹਦਾ ਜਲੰਧਰੋਂ ਆ, ਪਰ ਉਸ ਤੋਂ ਇਲਾਵਾ ਮੈਂ ਬੋਸਟਨ ਦੇ ਵਿੱਚ ਆਪਣੀ ਪੜ੍ਹਾਈ ਕਰਦੀ ਪਈ ਹਾਂ, PhD ਨਾਰਥ ਈਸਟਰਨ ਯੂਨੀਵਰਸਿਟੀ ਦੇ ਵਿੱਚ। ਅੱਛਾ, ਕਿਸ ਚੀਜ਼ 'ਤੇ ਤੁਸੀਂ ਕਰ ਰਹੇ ਹੋ PhD? ਸ਼ੇਕਸਪੀਅਰ ਨੂੰ ਪੰਜਾਬ 'ਚ ਕਿੱਦਾਂ ਪੜ੍ਹਿਆ ਜਾਂਦਾ ਸੀਗਾ ਤੇ ਕਿੱਦਾਂ ਪੜ੍ਹਿਆ ਜਾਂਦਾ ਪਿਆ ਹੈਗਾ। ਬਹੁਤ ਇੰਟਰਸਟਿੰਗ ਆ, ਪਰ ਕਿਵੇਂ ਪੜ੍ਹਿਆ ਜਾਂਦਾ ਅਜੇ ਤੱਕ? ਕੀ ਮਤਲਬ ਹਾਲਾਂ ਪੁੱਛਣਾ ਨਹੀਂ ਚਾਹੀਦਾ, ਤੁਹਾਡਾ ਥੀਸਿਸ ਆ ਇਹ, ਪਰ ਮਾੜਾ ਜਿਹਾ ਸਾਨੂੰ ਕੋਈ ਝਲਕ ਦੇ ਦਿਓ। ਨਹੀਂ ਜ਼ਰੂਰ। ਸ਼ੇਕਸਪੀਅਰ ਨੂੰ ਪੰਜਾਬ ਦੇ ਵਿੱਚ 1880 ਤੋਂ ਮੈਂ ਦੇਖਦੀ ਪਈ ਹਾਂ ਕਿੱਦਾਂ ਪੜ੍ਹਿਆ ਜਾਂਦਾ ਸੀਗਾ। ਉਸ ਟਾਈਮ ਲਾਹੌਰ ਦੇ ਵਿੱਚ ਦਿਆਲ ਸਿੰਘ ਕਾਲਜ, FCC ਕਾਲਜ, ਯੂਨੀਵਰਸਿਟੀ ਆਫ ਲਾਹੌਰ ਦੇ ਵਿੱਚ ਸਟੂਡੈਂਟਸ ਨੂੰ ਸ਼ੇਕਸਪੀਅਰ 'ਚ ਟ੍ਰੇਨ ਕੀਤਾ ਜਾਂਦਾ ਸੀਗਾ ਥੀਏਟਰ ਸਿਖਾਉਣ ਲਈ। ਅਤੇ ਉਹਦੀ ਜਿਹੜੀ ਟ੍ਰੇਨਿੰਗ ਹੁੰਦੀ ਸੀ ਉਹ ਨੋਰਾ ਰਿਚਰਡਸ ਕਰਾਉਂਦੀ ਸੀਗੀ। ਨੋਰਾ ਰਿਚਰਡਸ ਨੇ IC ਨੰਦਾ ਅਤੇ ਉਸ ਤੋਂ ਬਾਅਦ ਕਾਫੀ ਸਾਰੇ ਪਲੇਰਾਈਟਸ ਨੂੰ ਟ੍ਰੇਨ ਕੀਤਾ ਸੀਗਾ। ਉਹਨਾਂ ਨੂੰ ਪ੍ਰਮੋਟ ਕੀਤਾ ਸੀਗਾ, ਸਪੋਰਟ ਕੀਤਾ ਸੀਗਾ ਕਿ ਤੁਸੀਂ ਪੰਜਾਬੀ 'ਚ ਲਿਖਣਾ ਸ਼ੁਰੂ ਕਰੋ। ਅਤੇ ਉਹਨਾਂ ਨੇ ਬੇਸਿਕਲੀ ਆਪਣੀ ਜਿਹੜੀ ਨੌਲੇਜ ਸੀਗੀ ਨਾ, ਉਹ ਵੈਸਟਰਨ ਅਕੈਡਮੀ ਤੋਂ ਚੱਕੀ ਸੀਗੀ। ਤਾਂ ਮੈਂ ਦੇਖਦੀ ਹਾਂ ਕਿ ਉਹਨਾਂ ਨੇ ਸ਼ੇਕਸਪੀਅਰ 'ਚੋਂ ਆਪਣੇ ਪੰਜਾਬੀ ਪਲੇ ਲਿਖਣ ਤੋਂ ਪਹਿਲਾਂ ਕਿਹੜਾ ਕੰਮ ਕੀਤਾ ਸੀਗਾ। ਅਤੇ ਉਸ ਤੋਂ ਇਲਾਵਾ ਜਿੱਦਾਂ IC ਨੰਦਾ ਨੇ ਮਰਚੈਂਟ ਆਫ ਵੈਨਿਸ ਨੂੰ ਅਡਾਪਟ ਕੀਤਾ ਸੀਗਾ। ਪੰਜਾਬ ਦਰਬਾਰ ਲੱਗਦਾ ਹੁੰਦਾ ਸੀਗਾ, ਉਹਦੇ ਵਿੱਚ ਉਹਨਾਂ ਨੇ ਸਟੇਜ ਕੀਤੀਆਂ ਸੀਗੀਆਂ ਪਰਫੋਰਮੈਂਸ। ਤਾਂ ਮੈਂ ਇਹ ਸਾਰਾ ਸਮਾਨ ਇਕੱਠਾ ਕਰਦੀ ਹਾਂ ਯੂਨੀਵਰਸਿਟੀਜ਼ 'ਚੋਂ। ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜੀ ਹੈਗੀ, ਉਹਨਾਂ ਕੋਲ ਨੋਰਾ ਰਿਚਰਡਸ ਕਲੈਕਸ਼ਨ ਆ, ਉਹਨੂੰ ਡਿਜੀਟਾਈਜ਼ ਕਰਨਾ, ਫਿਰ ਉਹਦੇ ਲਈ ਆਰਕਾਈਵ ਬਣਾਉਣਾ। ਉਹ ਤੋਂ ਇਲਾਵਾ ਲਾਈਕ ਪੰਜਾਬ 'ਚ ਹੁਣ ਕਰਿਕੂਲਮ ਦੇ ਵਿੱਚ ਸਟੂਡੈਂਟਸ ਕਿੱਦਾਂ ਪੜ੍ਹਦੇ ਆ, ਉਹ ਤੋਂ ਬਾਅਦ ਉਹਦੀ ਸਟੇਜਿੰਗ ਹਿਸਟਰੀ ਕੀ ਰਹੀ ਆ। ਉਹ ਤੋਂ ਇਲਾਵਾ ਬੱਚਿਆਂ ਨੂੰ ਜੇ ਪੜ੍ਹਾਉਣਾ ਤਾਂ ਮਤਲਬ ਕੀ ਆ ਕਿ ਇੱਕ ਵਾਈਟ ਵੈਸਟਰਨ ਆਥਰ ਆ ਨਾ, ਪੰਜਾਬ 'ਚ ਸਾਡੇ ਕੋਲ ਹੋਰ ਵੀ ਆਥਰ ਹੈਗੇ, ਉਹਦੇ ਉੱਤੇ ਇੰਨਾ ਫੋਕਸ ਦੇਣ ਦਾ ਕੀ ਲੌਜਿਕ ਹੈ ਸਾਡਾ। ਤਾਂ ਬੇਸਿਕਲੀ ਮੈਂ ਸਾਰੀ ਚੀਜ਼ਾਂ ਸਟੱਡੀ ਕਰਦੀ ਹਾਂ ਕਿ ਟਰਾਂਸਲੇਟ ਕੀਤਾ ਗਿਆ ਕਿੱਦਾਂ ਕੀਤਾ ਗਿਆ ਸੀਗਾ, ਪਰਫੋਰਮ ਕਿੱਦਾਂ ਜਾਂਦਾ ਹੈ, ਉਹ ਤੋਂ ਇਲਾਵਾ ਅਡੈਪਟ ਕਿੱਦਾਂ ਕੀਤਾ ਜਾਂਦਾ, ਅਤੇ ਕਰਿਕੂਲਮ ਦੇ ਵਿੱਚ ਉਹਨੂੰ ਰੱਖਣ ਦਾ ਮਕਸਦ ਕੀ ਆ। ਜੀ, ਤੇ ਇੱਥੇ ਕਿਵੇਂ ਆਏ ਹੋ? ਇੱਥੇ ਜੀ ਕਿਸਾਨਾਂ ਦੇ ਨਾਲ ਜੁੜਨ ਲਈ ਆਏ ਆ। ਮੈਂ 1 ਦਸੰਬਰ ਤੋਂ ਇੱਥੇ ਕੰਮ ਕਰਨਾ ਸ਼ੁਰੂ ਕੀਤਾ ਸੀਗਾ ਮੇਰੇ ਫਰੈਂਡ ਨਾਲ, ਜਿਹਦੇ ਨਾਲ ਤੁਸੀਂ ਹੁਣੇ ਬਾਅਦ 'ਚ ਗੱਲ ਕਰੋਗੇ। ਅਤੇ ਅਸੀਂ ਕਲੈਕਸ਼ਨ ਡਰਾਈਵਸ ਸ਼ੁਰੂ ਕੀਤੀਆਂ ਸੀਗਾ। ਲਾਈਕ ਲੋਕੀ ਸਮਾਨ ਰੋਜ਼ ਦੇਣ ਨਹੀਂ ਆ ਸਕਦੇ, ਤਾਂ ਉਹ ਸਾਨੂੰ ਦੇ ਕੇ ਜਾਂਦੇ ਹੁੰਦੇ ਸੀ ਕਿ ਅਸੀਂ ਟਰਾਂਸਪੋਰਟ ਕਰਦੇ ਸੀਗੇ ਇੱਥੇ ਟਿਕਰੀ ਬਾਰਡਰ ਦੇ ਉੱਤੇ। ਅਤੇ ਮੈਂ ਬਾਹਰ ਜਦੋਂ ਮੇਰੀ ਉਸ ਟਾਈਮ ਕਲਾਸਾਂ ਚੱਲਦੀਆਂ ਪਈਆਂ ਸੀਗੀਆਂ, ਮੇਰੇ ਫਾਈਨਲ ਐਗਜ਼ਾਮ ਸੀਗੇ, ਤਾਂ ਮੈਂ ਉੱਥੇ ਰਹਿ ਕੇ ਕੰਮ ਕਰਦੀ ਸੀਗੀ। ਤਾਂ 15 ਤੱਕ ਮੇਰੀ ਕਲਾਸਾਂ ਖਤਮ ਹੋ ਗਈਆਂ, ਤਾਂ ਮੈਂ 19 ਨੂੰ ਇੱਥੇ ਆ ਗਈ ਸੀਗੀ ਇੰਡੀਆ ਦੇ ਵਿੱਚ। ਅਤੇ 19 ਤੋਂ ਆਉਣ ਤੋਂ ਬਾਅਦ ਸੈਲਫ ਮੋਨੀਟਰਿੰਗ ਹੁੰਦੀ ਆ, ਸੈਲਫ ਮੋਨੀਟਰਿੰਗ ਖਤਮ ਕਰਨ ਤੋਂ ਬਾਅਦ 22 ਤਰੀਕ ਨੂੰ ਮੈਂ ਇੱਥੇ ਸੀਗੀ।
ਤੇ ਕਿਸਾਨਾਂ ਨਾਲ ਜੁੜਨ ਲਈ, ਉੱਥੇ ਕੰਮ ਕਰਨ ਲਈ, ਕਿਉਂਕਿ ਮੈਂ ਆਲਰੇਡੀ ਕੰਮ ਕਰਦੀ ਪਈ ਸੀਗੀ। ਪਰ ਤੁਸੀਂ ਬਾਹਰ ਰਹਿ ਕੇ ਕਿੰਨਾ ਕੰਮ ਕਰ ਸਕਦੇ ਹੋ? ਲੋਕਾਂ ਲਈ ਜੇ ਕੰਮ ਕਰਨਾ ਹੈ, ਉਹਨੂੰ ਸਮਝਣ ਲਈ ਜ਼ਮੀਨ ਤੇ ਹੋਣਾ ਜ਼ਰੂਰੀ ਆ। ਪਰ ਬਾਹਰ ਰਹਿ ਕੇ ਤੁਸੀਂ ਉੱਥੇ ਕੀ ਕਰ ਰਹੇ ਸੀਗੇ? ਉੱਥੇ ਰਹਿ ਕੇ ਮੈਂ ਕੋਆਰਡੀਨੇਸ਼ਨ ਦਾ ਕੰਮ ਕਰਦੀ ਪਈ ਸੀਗੀ। ਬੇਸਿਕਲੀ ਕਿਹੜਾ ਸਮਾਨ ਚਾਹੀਦਾ ਉਹਦੀ ਲਿਸਟ ਇਕੱਠੀਆਂ ਕਰਨੀਆਂ, ਲੋਕਾਂ ਨੂੰ ਕਾਲ ਕਰਕੇ। ਉਸ ਤੋਂ ਬਾਅਦ ਉਹਦੇ ਲਈ ਕਾਲਸ ਪੁੱਟ ਆਊਟ ਕਰਨੀਆਂ ਕਿ ਇਹ ਸਾਨੂੰ ਸਮਾਨ ਚਾਹੀਦਾ ਸੋਸ਼ਲ ਮੀਡੀਆ ਦੇ ਥਰੂ। ਤੇ ਲੋਕੀ ਜਦੋਂ ਉਹ ਸਮਾਨ ਦੇਖਦੇ ਸੀਗੇ ਕਿ ਲਾਈਕ ਇਹ ਸਮਾਨ ਚਾਹੀਦਾ, ਤਾਂ ਅਸੀਂ ਕੋਆਰਡੀਨੇਟਰਸ ਲਾਏ ਹੁੰਦੇ ਸੀ ਆਪਣੇ, ਤੇ ਉਹ ਕੋਆਰਡੀਨੇਟਰਸ ਨੂੰ ਕੰਟੈਕਟ ਕਰਦੇ ਸੀਗੇ। ਜਿੱਦਾਂ ਬਠਿੰਡਾ ਤੋਂ ਕੋਆਰਡੀਨੇਟਰ ਹੈਗਾ, ਜਲੰਧਰ ਤੋਂ ਕੋਆਰਡੀਨੇਟਰ ਹੈਗਾ, ਅੰਮ੍ਰਿਤਸਰ ਤੋਂ ਕੋਆਰਡੀਨੇਟਰ ਹੈਗਾ। ਉਹ ਕੋਆਰਡੀਨੇਟਰ ਸੈੱਟ ਕਰਨ ਤੋਂ ਬਾਅਦ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਇਹਨਾਂ ਨੂੰ ਇਹ ਸਮਾਨ ਚਾਹੀਦਾ, ਇੱਥੇ ਫੜਾ ਜਾਓ। ਉਹਨਾਂ ਕੋਲ ਸਮਾਨ ਇਕੱਠਾ ਹੋ ਜਾਣਾ, ਅਸੀਂ ਉਹ ਇੱਥੇ ਭੇਜ ਦੇਣਾ ਲੋਕਾਂ ਕੋਲ। ਤਾਂ ਮੈਂ ਇਹਦੀ ਕੋਆਰਡੀਨੇਸ਼ਨ ਦੇਖਦੀ ਪਈ ਸੀਗੀ ਆਪਣੀ ਬਾਕੀ ਪੂਰੀ ਟੀਮ ਨਾਲ। ਤੇ ਇੱਥੇ ਜਦੋਂ ਤੁਸੀਂ ਪਹੁੰਚੇ ਹੋ ਹਨਾ, ਪਹਿਲਾਂ ਤਾਂ ਧਰਨੇ ਨੂੰ ਓਬਵੀਅਸ ਆ ਤੁਸੀਂ ਵੀ ਜਿਵੇਂ ਦੇਖ ਰਹੇ ਹੋਵੋਗੇ, ਕਿੰਨਾ ਕੁ ਵੱਖਰਾ ਲੱਗਿਆ? ਬਹੁਤ ਵੱਖਰਾ। ਜੇ ਤੁਸੀਂ ਬਾਹਰੋਂ ਦੇਖਦੇ ਹੋ ਤਾਂ ਤੁਹਾਨੂੰ ਲੱਗਦਾ ਕਿ ਲਾਈਕ ਬਹੁਤ ਹੀ ਰੈਡੀਕਲਾਈਜ਼ਡ ਆ ਨਾ, ਕਿ ਲਾਈਕ ਇੱਥੇ ਪਤਾ ਨਹੀਂ ਕੀ ਹੁੰਦਾ ਪਿਆ, ਕਿਸਾਨ ਰੁਕੇ ਪਏ ਹੈਗੇ। ਉਹ ਘਰ ਵਾਲੀ ਫੀਲਿੰਗਸ ਦਾ ਕਮਿਊਨਿਟੀ ਬਿਲਡਅਪ ਹੁੰਦੀ, ਉਹ ਨਹੀਂ ਸਮਝ ਆਉਂਦੀ। ਇੱਥੇ ਆ ਕੇ ਤੁਹਾਨੂੰ ਪਤਾ ਲੱਗਦਾ ਕਿ ਧਰਨਾ ਕਿੰਨੇ ਅਲੱਗ-ਅਲੱਗ ਤਰੀਕਿਆਂ ਨਾਲ ਹੋ ਸਕਦਾ ਹੈ। ਇੱਥੇ ਘਰ ਬਣਾਉਣਾ ਇੱਕ ਆਪਣੇ ਆਪ 'ਚ ਸੰਘਰਸ਼ ਕਰਨ ਬਰਾਬਰ ਆ। ਸੜਕਾਂ ਸ਼ਹਿਰਾਂ ਨੂੰ ਜੋੜਨ ਲਈ ਹੈਗੀਆਂ, ਰਹਿਣ ਲਈ ਨਹੀਂ ਹੁੰਦੀਆਂ। ਘਰ ਇੱਕ ਕੰਫਰਟੇਬਲ ਸਪੇਸ ਹੁੰਦੀ ਜਿੱਥੇ ਤੁਸੀਂ ਰਹਿੰਦੇ ਹੋ। ਲੋਕਾਂ ਨੇ ਸੜਕਾਂ ਜਿਹੜੀ ਘਰਾਂ ਦੇ ਵਿੱਚ ਕਮਿਊਟ ਕਰਨ ਲਈ ਹੁੰਦੀਆਂ ਸੀਗੀਆਂ, ਉੱਥੇ ਘਰ ਬਣਾ ਦਿੱਤੇ ਆਪਣੇ। ਠੀਕ ਹੈ, ਘਰ ਬਣਾਉਣਾ ਆਪਣੇ ਆਪ ਸੰਘਰਸ਼ ਦਾ ਕੰਮ ਹੈ, ਪਰ ਉਹ ਘਰ ਦੇ ਵਿੱਚ ਸਰਦੀਆਂ 'ਚ ਰਹਿਣਾ ਬਹੁਤ ਵੱਡੀ ਗੱਲ ਆ ਜਾਂਦੀ ਆ। ਤਾਂ ਸੰਘਰਸ਼ ਕਰਨ ਦੇ ਵੱਖ-ਵੱਖ ਤਰੀਕੇ ਦੇਖੇ ਮੈਂ ਇੱਥੇ ਆ ਕੇ, ਤੇ ਉਹਦੇ ਨਾਲ ਜਿੰਨੀ ਇਨਸਪੀਰੇਸ਼ਨ ਮਿਲਦੀ ਆ ਉਹ ਗੱਲ ਤਾਂ ਵੱਖਰੀ, ਤੇ ਉਹਦੇ ਨਾਲ ਫਿਰ ਕੰਮ ਕਰਨ ਦਾ ਵੀ ਹੋਰ ਮਨ ਕਰਦਾ। ਤੇ ਲੋਕੀ ਕਿੱਦਾਂ ਕੁਐਸਚਨ ਕਰਦੇ ਸਰਕਾਰ ਨੂੰ, ਉਹ ਵੀ ਦੇਖਣ ਨੂੰ ਮਿਲਦਾ ਕਿ ਸਟਾਰਟਿੰਗ ਦੇ ਵਿੱਚ ਸਰਕਾਰ ਨੇ ਕਿਹਾ ਸੀਗਾ ਕਿ ਲਾਈਕ ਅਨਪੜ੍ਹ ਲੋਕੀ ਹੈਗੇ, ਪਰ ਕੋਈ ਗੱਲ ਨਹੀਂ, ਇਹ ਹੋਣਾ, ਇਹਦਾ ਲੰਘਣਾ। ਐਗਜ਼ੈਕਟਲੀ। ਪਰ ਅਨਪੜ੍ਹ ਹੋ ਕੇ ਵੀ ਉਹਨਾਂ ਦੇ ਲਾਈਫ ਐਕਸਪੀਰੀਅੰਸ ਦੇ ਥਰੂ ਉਹ ਕਿੱਦਾਂ ਕੁਐਸਚਨ ਕਰਦੇ ਸਰਕਾਰ ਨੂੰ, ਤੇ ਕਿੰਨੇ ਧਿਆਨ ਨਾਲ ਕੁਐਸਚਨ ਕਰਦੇ। ਲਾਈਕ ਉਹ ਪਾਲਿਸੀਜ਼ ਡੀਕਨਸਟਰਕਟ ਕਰ ਦੇਣਗੇ ਤੁਹਾਡੇ ਲਈ, ਉਹ ਰੀਅਲ ਲਾਈਫ ਐਕਸਪੀਰੀਅੰਸਿਸ ਲੈ ਆਉਣਗੇ। ਤਾਂ ਬੇਸਿਕਲੀ ਉਹ ਨਵੇਂ ਤਰੀਕੇ ਨਾਲ ਕੁਐਸਚਨ ਕਿੱਦਾਂ ਕੀਤਾ ਜਾਂਦਾ ਹੈ, ਉਹ ਮੈਂ ਸਿੱਖਦੀ ਪਈ ਹਾਂ ਲੋਕਾਂ ਤੋਂ, ਸਪੈਸ਼ਲੀ ਬਜ਼ੁਰਗਾਂ ਤੋਂ। ਉਹਨਾਂ ਦਾ ਲਾਈਫ ਐਕਸਪੀਰੀਅੰਸ ਜ਼ਿਆਦਾ ਬੋਲਦਾ ਹੈ, ਅਸੀਂ ਤਾਂ ਸਿੱਖਦੇ ਪਏ ਉਹਨਾਂ ਤੋਂ। ਹੁਣ ਤੁਸੀਂ ਇੱਥੇ ਲਾਇਬ੍ਰੇਰੀ ਬਣਾਈ ਆ ਹਨਾ, ਸਾਰਾ ਕੁਝ ਇੱਥੇ ਤੁਸੀਂ ਵੰਡਦੇ ਹੋ? ਟੀਮ ਨਾਲ ਹੀ ਬਣਾਈ ਹੈਗੀ ਆ। ਨਹੀਂ ਮਤਲਬ ਹਾਂ, ਕਿਉਂਕਿ ਮੈਂ ਟੀਮ ਦੇ ਬਾਕੀਆਂ ਨਾਲ ਵੀ ਪਹਿਲਾਂ ਗੱਲ ਕਰ ਚੁੱਕਿਆ, ਤਾਂ ਮਤਲਬ ਇਹ 'ਚ ਸਾਰੀ ਟੀਮ ਤੁਹਾਡੀ ਹੁਣ ਜਦੋਂ ਇੰਟਰਵਿਊ ਹੋਗੀ ਤਾਂ ਆ ਹੀ ਜਾਣੀ ਓਬਵੀਅਸ ਹੈ ਨਾ। ਤਾਂ ਮਤਲਬ ਇਹਦੇ ਪਿੱਛੇ ਕੀ ਆਈਡੀਆ ਕਿ ਇੱਥੇ ਅਸੀਂ ਆ ਚੀਜ਼ਾਂ ਦੇਈਏ ਇਸ ਢੰਗ ਦੇ ਨਾਲ? ਸਮਾਨ ਡਿਸਟ੍ਰੀਬਿਊਟ ਕਰਨ ਦਾ ਆਈਡੀਆ ਸਾਡੇ ਕੋਲ ਪਹਿਲਾਂ ਤੋਂ ਹੀ ਸੀਗਾ, ਪਰ ਗੁਰਪ੍ਰੀਤ ਟਾਨੀ ਜਿਹੜਾ ਹੈਗਾ, ਜਿਹਦੀ ਤੁਹਾਡੇ ਨਾਲ ਗੱਲ ਹੋਈ ਸੀਗੀ, ਉਹਦਾ ਆਈਡੀਆ ਸੀਗਾ ਇੱਥੇ ਲਾਇਬ੍ਰੇਰੀ ਬਣਾਉਣ ਦਾ, ਕਿ ਲਾਈਕ, ਤੇ ਮੈਂ ਆਈਡੀਆ ਨੂੰ ਪੂਰਾ ਸਪੋਰਟ ਕਰਦੀ, ਕਿਉਂਕਿ ਰੈਵੋਲਿਊਸ਼ਨ ਜਿਹੜੇ ਹੁੰਦੇ ਨਾ, ਉਹ ਰੈਵੋਲਿਊਸ਼ਨ ਵਾਲੇ ਪੜ੍ਹ ਕੇ ਸ਼ੁਰੂ ਕੀਤੇ ਜਾਂਦੇ। ਲਾਈਕ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੀ ਹਿਸਟਰੀ ਕੀ ਰਹੀ ਹੈ ਰੈਵੋਲਿਊਸ਼ਨ ਦੀ, ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੀ ਸੰਘਰਸ਼ ਦੀ ਹਿਸਟਰੀ ਕੀ ਰਹੀ ਆ, ਲੋਕਾਂ ਨੇ ਕਿੱਦਾਂ ਲੜਿਆ ਤੇ ਕਿੱਦਾਂ ਲੜਿਆ ਜਾ ਸਕਦਾ, ਰਾਈਟ? ਤੁਸੀਂ ਖਾਲੀ ਕਮਰੇ 'ਚ ਬਹਿ ਕੇ ਲੜ ਨਹੀਂ ਸਕਦੇ ਕਿਸੇ ਨਾਲ, ਲੜਨ ਦੇ ਤਰੀਕੇ ਨਹੀਂ ਸਿੱਖ ਸਕਦੇ। ਤੇ ਲੜਨ ਤੋਂ ਮੇਰਾ ਮਤਲਬ ਹੈ ਇੰਟੈਲੈਕਚੁਅਲੀ ਕਿੱਦਾਂ ਵੀ ਲੜ ਸਕਦੇ ਆ। ਤੇ ਲੋਕੀ ਜਦੋਂ ਆਪਣੀ ਹਿਸਟਰੀ ਪੜ੍ਹਦੇ, ਸਿੱਖ ਹਿਸਟਰੀ ਪੜ੍ਹਦੇ, ਉਹਨਾਂ ਨੂੰ ਪਤਾ ਲੱਗਾ ਕਿ ਸਾਡੇ ਗੁਰੂਆਂ ਨੇ ਕਿੱਦਾਂ ਲੜਿਆ ਲੋਕਾਂ ਨਾਲ। ਉਹਨਾਂ ਜਦੋਂ ਰੈਵੋਲਿਊਸ਼ਨ ਬਾਰੇ ਪੜ੍ਹਦੇ, 47 84 ਬਾਰੇ ਪੜ੍ਹਦੇ ਆ, ਉਹਨਾਂ ਨੂੰ ਹੋਰ ਪਤਾ ਲੱਗਦਾ ਕਿ ਸਾਡੀ ਹਿਸਟਰੀ ਕੀ ਰਹੀ ਆ। ਤਾਂ ਬੇਸਿਕਲੀ ਟਾਨੀ ਦਾ ਆਈਡੀਆ ਸੀਗਾ ਕਿ ਅਸੀਂ ਲੋਕਾਂ ਨੂੰ ਪੜ੍ਹਨ ਲਈ ਚੀਜ਼ਾਂ ਦੇਈਏ। ਇੱਥੇ ਇਕੱਲੇ ਬਹਿ ਕੇ ਸਟੇਜ 'ਤੇ ਜਾਣਾ ਨਾਲ ਕੰਮ ਨਹੀਂ ਹੁੰਦਾ, ਉੱਥੇ ਤੁਸੀਂ ਦੂਸਰੇ ਲੋਕਾਂ ਨੂੰ ਸੁਣ ਸਕਦੇ ਹੋ। ਪਰ ਜਦੋਂ ਤੁਸੀਂ ਕਿਤਾਬ ਦੇ ਪੰਨੇ ਖੋਲ੍ਹਦੇ ਹੋ, ਪੜ੍ਹਦੇ ਹੋ, ਤੁਹਾਨੂੰ ਟਾਈਮ ਮਿਲਦਾ ਉਸ ਸ਼ਬਦਾਂ ਨੂੰ ਦੇਖਣ ਲਈ, ਉਹਦੇ ਬਾਰੇ ਸੋਚਣ ਲਈ। ਤਾਂ ਸਾਡਾ ਲੌਜਿਕ ਉਹ ਸੀਗਾ ਲਾਇਬ੍ਰੇਰੀ ਸੈਟਅਪ ਕਰਨ ਲਈ, ਇੱਕ ਡਾਇਰੈਕਟਡ ਰੀਡਰਸ਼ਿਪ ਕ੍ਰੀਏਟ ਕਰਨਾ। ਡਾਇਰੈਕਟਡ ਰੀਡਰਸ਼ਿਪ ਦਾ ਇਹ ਮਤਲਬ ਹੁੰਦਾ ਕਿ ਇੱਕ ਸਪੈਸੀਫਿਕ ਤਰੀਕੇ ਦੀਆਂ ਕਿਤਾਬਾਂ ਦੋ, ਹਿਸਟਰੀ, ਰੈਵੋਲਿਊਸ਼ਨ ਬਾਰੇ, ਕੈਪੀਟਲਿਜ਼ਮ, ਇਕੋਨਮੀ ਬਾਰੇ, ਖੇਤੀ ਬਾਰੇ, ਤਾਂ ਕਿ ਲੋਕਾਂ ਨੂੰ ਸਪੈਸੀਫਿਕ ਟੌਪਿਕਸ ਦੇ ਉੱਤੇ ਐਜੂਕੇਟ ਕੀਤਾ ਜਾ ਸਕੇ ਤੇ ਉਹਦੇ ਬਾਰੇ ਉਹ ਸੋਚ ਸਕਣ। ਇਸ ਲਈ ਲਾਇਬ੍ਰੇਰੀ ਸੈਟਅਪ ਕੀਤੀ ਸੀਗੀ ਅਸੀਂ, ਤੇ ਮੈਨੂੰ ਲੱਗਦਾ ਜਿੰਨੇ ਵੀ ਇੱਥੇ ਲਾਇਬ੍ਰੇਰੀ ਸੈਟਅਪ ਹੋਈਆਂ ਉਹ ਵੀ ਇਸੇ ਕਾਰਨ ਹੀ ਸੈਟਅਪ ਹੋਈਆਂ। ਹਾਂ, ਇਹ 'ਚ ਤਾਂ ਕੋਈ ਸ਼ੱਕ ਨਹੀਂ, ਪਰ ਜੋ ਤੁਸੀਂ ਬਾਹਰੋਂ ਆਉਣ ਦਾ ਡਿਸੀਜਨ ਕਿੰਨਾ ਕੁ ਔਖਾ ਸੀ? ਬਿਲਕੁਲ ਵੀ ਨਹੀਂ ਸੋਚਿਆ ਨਹੀਂ, ਬਸ ਚੱਕਦੇ ਫਟੇ? ਪਤਾ ਸੀਗਾ ਆਉਣਾ, ਘਰ ਫੋਨ ਕੀਤਾ ਕਿ ਮੈਂ ਆ ਰਹੀ ਹਾਂ, ਮਤਲਬ ਪਾਪਾ ਨੂੰ ਫੋਨ ਕੀਤਾ ਸੀਗਾ ਕਿ ਮੈਂ ਆ ਰਹੀ ਹਾਂ, ਕਹਿੰਦੇ ਆ ਜਾ। ਮੈਂ ਉੱਦਾਂ ਵੀ ਸਰਦੀਆਂ 'ਚ ਆਉਂਦੀ ਹੁੰਦੀ ਹਾਂ, ਮੈਂ ਸਾਲ 'ਚ ਤਕਰੀਬਨ 4 ਮਹੀਨੇ ਪੰਜਾਬ 'ਚ ਹੀ ਹੁੰਦੀ ਹਾਂ, ਬਾਕੀ 8 ਮਹੀਨੇ ਨਹੀਂ ਹੋ ਸਕਦੀ, ਉਹਨੇ ਟਾਈਮ ਕਲਾਸਾਂ ਚੱਲਦੀਆਂ, ਪਰ 4 ਮਹੀਨੇ ਆ ਕੇ ਮੈਂ ਇੱਥੇ ਆਪਣੀ ਰਿਸਰਚ ਕਰਦੀ ਹੁੰਦੀ ਹਾਂ, ਕਿਉਂਕਿ ਪੰਜਾਬ ਦੇ ਵਿੱਚ ਸ਼ੇਕਸਪੀਅਰ ਪੜ੍ਹਨਾ ਤੇ ਪੰਜਾਬ 'ਚ ਰਹਿਣਾ ਜ਼ਰੂਰੀ ਆ। ਤੇ ਮੈਂ ਉੱਦਾਂ ਵੀ ਆਉਂਦੀ ਹੁੰਦੀ ਹਾਂ। ਇਸ ਵਾਰ ਮੈਂ ਕਹਿਤਾ ਕਿ ਮੈਂ ਆਪਣੀ ਰਿਸਰਚ ਕੈਂਸਲ ਕਰ ਲਈ ਪਈ ਹਾਂ, ਤੇ ਉਸ ਤੋਂ ਇਲਾਵਾ ਮੈਂ ਦਿੱਲੀ ਜਾ ਰਹੀ ਹਾਂ, ਕਹਿੰਦੇ ਆ ਜਾਓ। ਇੱਥੇ ਆ ਗਏ, ਬਸ ਆ ਗਏ। ਔਖਾ ਨਹੀਂ ਸੀਗਾ, ਜੇ ਆਉਣਾ ਹੁੰਦਾ ਬੰਦਾ ਆ ਜਾਂਦਾ, ਔਖੀ ਦੀ ਗੱਲ ਨਹੀਂ ਹੁੰਦੀ। ਜੇ ਤੁਸੀਂ ਬਾਹਰ ਜਾ ਸਕਦੇ ਤਾਂ ਵਾਪਸ ਵੀ ਆ ਸਕਦੇ ਹੋ। ਹਾਂ ਇਹ ਤਾਂ ਹੈ, ਬਾਹਰ ਜਾਣ ਲਈ ਪੈਸੇ ਹੈਗੇ ਤਾਂ ਵਾਪਸ ਆਉਣ ਲਈ ਕਿਉਂ ਨਹੀਂ ਹੈਗੇ? ਇੱਥੇ ਤਾਂ ਆਪਣਾ ਘਰ ਆ। ਫਿਰ ਕਿਵੇਂ ਲੱਗਿਆ? ਬੇਬੇ ਵਰਗਿਆਂ ਨੂੰ ਮਿਲਦੇ ਹੋਵੋਗੇ, ਸ਼ਾਇਦ ਪਹਿਲਾਂ ਇੰਨਾ ਪਿੰਡਾਂ ਨੂੰ ਐਕਸਪਲੋਰ ਕੀਤਾ ਸੀ ਇਸ ਢੰਗ ਦੇ ਨਾਲ ਜਿਵੇਂ
ਇਸ ਢੰਗ ਨਾਲ ਤਾਂ ਨਹੀਂ ਕੀਤਾ ਸੀ ਕਿ ਮੇਰੀ ਫੈਮਿਲੀ ਉਹਦਾ ਪਿੰਡਾਂ 'ਚ ਹੀ ਹੈਗੀ, ਸਾਡੀ ਵੀ ਖੇਤੀ ਹੈਗੀ ਆ ਥੋੜੀ ਬਹੁਤ ਥੋੜੀ ਆ। ਮੇਰੇ ਪੇਰੈਂਟਸ ਮੋਸਟਲੀ ਪ੍ਰੋਫੈਸਰਸ ਹੈਗੇ, ਐਕੈਡੈਮਿਕਸ 'ਚ ਚਲੇ ਗਏ ਸੀਗੇ, ਮੇਰੇ ਦਾਦਾ ਜੀ ਵੀ, ਪਰ ਸਾਡੀ ਹਜੇ ਵੀ ਜ਼ਮੀਨ ਹੈਗੀ ਆ ਤਾਂ ਅਸੀਂ ਪਿੰਡਾਂ 'ਚ ਜ਼ਰੂਰ ਜਾਂਦੇ ਆ ਕਿਉਂਕਿ ਉੱਥੇ ਵੱਡੇ ਹੈਗੇ। ਤੇ ਮੈਂ ਪਿੰਡਾਂ 'ਚ ਇੱਕ ਦਿਨ 2 ਦਿਨ ਮਸੀਂ ਚੱਲ ਜਾਓ ਪਰ ਉਹਦੇ ਨਾਲ ਇੰਨਾ ਨਹੀਂ ਪਤਾ ਲੱਗਦਾ। ਇੱਥੇ ਹੁਣ 1 ਮਹੀਨੇ ਤੋਂ ਆ ਜ਼ਿਆਦਾ ਕਲਚਰ ਬਾਰੇ ਪਤਾ ਲੱਗਦਾ। ਬੇਬੇ ਤਾਂ ਜ਼ਰੂਰ ਹੈਗੇ, ਮੈਂ ਤਾਂ ਕਹਿੰਦੀ ਹਾਂ ਇੱਥੇ ਜਿਹੜੇ ਬਜ਼ੁਰਗ ਹੈਗੇ ਉਹਨਾਂ ਨੂੰ ਮੈਂ ਬੇਬੇ ਬਣਾਇਆ ਹੋਇਆ। ਸਰਦਾਰ ਦਰਸ਼ਨ ਸਿੰਘ ਜੀ ਹੈਗੇ ਉੱਥੇ ਖੰਭਾ ਨੰਬਰ 1 783 ਕੋਲ, ਮੈਂ ਉਹਨਾਂ ਨੂੰ ਬੇਬੇ ਕਹਿੰਦੀ ਹਾਂ ਕਿਉਂਕਿ ਉਹੀ ਰੋਜ਼ ਖਾਣਾ ਖਿਲਾਉਂਦੇ। ਫੈਮਿਲੀ ਬਣਾ ਲਈ ਹੈ ਇੱਥੇ ਆ ਕੇ। ਉਹੀ ਮੈਂ ਕਹਿੰਦੀ ਹਾਂ, ਤੁਸੀਂ ਜਦੋਂ ਇਹ ਰੈਵੋਲਿਊਸ਼ਨ ਨੂੰ ਦੇਖਦੇ ਹੋ ਨਾ, ਇਹ ਸੰਘਰਸ਼ ਨੂੰ ਦੇਖਦੇ ਹੋ, ਤੁਸੀਂ ਇਹਨੂੰ ਸੰਘਰਸ਼ ਦੇ ਤੌਰ ਤੋਂ ਇਲਾਵਾ ਇਹ ਵੀ ਦੇਖੋ ਕਿ ਲਾਈਕ ਲੋਕਾਂ ਨੇ ਆਪਣੇ ਪਰਿਵਾਰ ਕਿੱਦਾਂ ਖੜੇ ਕਰ ਲਏ। ਕਮਿਊਨਿਟੀ ਰੈਵੋਲਿਊਸ਼ਨ ਹੈ, ਲੋਕਾਂ ਦਾ ਰੈਵੋਲਿਊਸ਼ਨ ਹੈ ਨਾ, ਵੱਖਰੇ ਰਹਿ ਕੇ ਨਹੀਂ ਆ ਰਹੇ, ਰੋਜ਼ ਆਪਣੇ ਘਰ ਜਾ ਕੇ ਫਿਰ ਵਾਪਸ ਨਹੀਂ ਆ ਰਹੇ। ਇੱਥੇ ਉਹਨਾਂ ਨੇ ਆਪਣੀ ਜੀਵਨ ਬਸਾ ਲਿਆ। 2 ਮਹੀਨੇ ਹੋ ਗਏ ਯਾਰ, ਬਹੁਤ ਵੱਡੀ ਗੱਲ ਆ। 2 ਮਹੀਨੇ ਇੱਕ ਦੂਜੇ ਨਾਲ ਰਹਿ ਰਹੇ ਆ। ਲੋਕਾਂ ਦੇ ਵਿੱਚ ਜਿਹੜੀਆਂ ਆਪਣੀਆਂ ਲੜਾਈਆਂ ਸੀਗੀਆਂ ਉਹ ਖਤਮ ਹੋ ਰਹੀਆਂ ਕਿਉਂਕਿ ਉਹਨਾਂ ਨੂੰ ਪਤਾ ਇੱਕ ਕਾਮਨ ਪਰਪਸ ਲਈ ਇੱਥੇ ਆਏ ਆ। ਤੁਹਾਡੀ ਲਾਇਬ੍ਰੇਰੀ 'ਚ ਚਾਹ ਹਰਿਆਣੇ ਵਾਲਿਆਂ ਤੋਂ ਆਉਂਦੀ ਆ ਬਾਈ, ਉਹ ਬਣਾਓ ਜ਼ਰੂਰ। ਚਾਹ ਹਰਿਆਣੇ ਵਾਲੇ ਤੋਂ ਆਉਂਦੀ ਆ ਤੇ ਉਹ ਤੋਂ ਇਲਾਵਾ ਸਾਡੇ ਇੱਕ ਫਰੈਂਡ ਸੀਗੇ ਉਹ ਕੇਰਲਾ ਤੋਂ ਵੀ ਇੱਥੇ ਆਏ ਸੀਗੇ, ਹੁਣ ਉਹ ਵਾਪਸ ਗਏ ਆ। ਲਾਈਕ ਸਾਰੀ ਜਗ੍ਹਾ ਤੋਂ ਲੋਕੀ ਆ ਰਹੇ ਹੈਗੇ। ਮੇਰੇ ਫਰੈਂਡਸ ਜਿਹੜੇ ਬਾਹਰ ਹੈਗੇ ਉਹ ਵੀ ਰੋਜ਼ ਪੁੱਛਦੇ ਸੀ ਕਿੱਦਾਂ ਸਪੋਰਟ ਕਰੀਏ, ਲਾਈਕ ਪੜ੍ਹਾਈ ਪੋਸਟਰਸ ਨੂੰ ਲੈ ਕੇ ਜਾਂ ਮੋਬਿਲਾਈਜ਼ ਕਿੱਦਾਂ ਕਰੀਏ ਨਾ ਲੋਕਾਂ ਨੂੰ। ਤਾਂ ਬੇਸਿਕਲੀ ਮੇਰੀ ਉਹਨਾਂ ਨਾਲ ਗੱਲ ਹੁੰਦੀ ਹੈ। ਮੇਰੀ ਇੱਕ ਫਰੈਂਡਸ ਹਿਊਮਨ ਰਾਈਟਸ ਦੇ ਉੱਤੇ ਕੰਮ ਕਰਦੀ ਆ, ਤਾਂ ਫਾਰਮਰਸ ਪ੍ਰੋਟੈਸਟ ਨੂੰ ਹਿਊਮਨ ਰਾਈਟਸ ਦੇ ਕਨਸੈਪਟ ਨਾਲ ਦੇਖਦੀ ਪਈ ਆ ਤੇ ਉਹਦੇ ਬਾਰੇ ਲੋਕਾਂ ਨੂੰ ਐਜੂਕੇਟ ਕਰਦੀ ਪਈ ਆ। ਮੇਰਾ ਫਰੈਂਡ ਔਰਤਾਂ ਦੀ ਹਿਸਟਰੀ ਤੇ ਕੰਮ ਕਰਦਾ ਪੰਜਾਬ ਦੇ ਵਿੱਚ, ਤਾਂ ਉਹ ਫਾਰਮਰਸ ਰੈਵੋਲਿਊਸ਼ਨ ਨੂੰ ਔਰਤਾਂ ਦੀ ਹਿਸਟਰੀ ਦੇ ਪਰਸਪੈਕਟਿਵ ਨਾਲ ਲੋਕਾਂ ਨੂੰ ਸਮਝਾਉਂਦਾ ਪਿਆ। ਮੈਂ ਮੋਸਟਲੀ ਮੇਰੇ ਫਰੈਂਡਸ ਸਾਰੇ ਐਜੂਕੇਸ਼ਨ ਸੈਕਟਰ ਦੇ ਵਿੱਚ ਹੈਗੇ, ਤਾਂ ਬੇਸਿਕਲੀ ਇਹ ਰੈਵੋਲਿਊਸ਼ਨ ਦੇ ਨਾਲ ਲੋਕਾਂ ਨੂੰ ਐਜੂਕੇਟ ਕਰਨ ਵਾਲੇ ਕੰਮ ਕਰਦੇ ਪਏ। ਤੁਹਾਨੂੰ ਕਿਉਂ ਲੱਗਦਾ, ਹਾਲਾਂਕਿ ਮੈਨੂੰ ਵੀ ਇਹ ਲੱਗਦਾ ਹੈ ਨਾ, ਪਰ ਹਰ ਇੱਕ ਦੇ ਆਪਦੇ ਰੀਜ਼ਨ ਹੁੰਦੇ ਆ। ਦੁਨੀਆ ਨੂੰ ਮਤਲਬ ਹਰ ਬੰਦਾ ਇੱਕ ਨਜ਼ਰ ਨਾਲ ਨਹੀਂ ਦੇਖਿਆ ਜਾ ਸਕਦਾ, ਹਰ ਬੰਦਾ ਹੀ ਆਪਦੇ ਆਪ 'ਚ ਦੁਨੀਆ ਹੁੰਦੀ ਆ। ਤੁਹਾਨੂੰ ਕਿਉਂ ਲੱਗਦਾ ਕਿ ਇਹ ਰੈਵੋਲਿਊਸ਼ਨ ਆ? ਰੈਵੋਲਿਊਸ਼ਨ ਬੇਸਿਕਲੀ ਕਿਸੇ ਓਪਰੈਸਿਵ ਸੱਤਾ ਦੇ ਅਗੇਂਸਟ ਹੁੰਦਾ, ਠੀਕ ਹੈ। ਜੇ ਤੁਸੀਂ ਲੋਕਾਂ ਦੀ ਗੱਲ ਕਰਦੇ ਪਏ ਹੋ ਇਸ ਟਾਈਮ, ਇੰਨੇ ਸਾਰੇ ਫਾਰਮਰਸ ਜੁੜੇ ਹੋਏ, ਤੇ ਫਾਰਮਰਸ ਤੋਂ ਇਲਾਵਾ ਮਜ਼ਦੂਰ ਜੁੜੇ ਹੋਏ ਹੈਗੇ, ਉਹ ਤੋਂ ਇਲਾਵਾ ਜਿਹੜੇ ਲੋਕਾਂ ਸਾਡੇ ਵਰਗੇ ਜਿਹੜੇ ਫਾਰਮਰਸ ਵੀ ਨਹੀਂ ਹੈਗੇ, ਮਜ਼ਦੂਰ ਵੀ ਨਹੀਂ ਹੈਗੇ, ਉਹ ਵੀ ਜੁੜੇ ਹੋਏ ਹੈਗੇ, ਠੀਕ ਹੈ। ਕਿਉਂਕਿ ਇਹ ਜਿਹੜਾ ਪ੍ਰੋਟੈਸਟ ਹੈਗਾ ਬਹੁਤ ਸਾਰੀ ਚੀਜ਼ਾਂ ਨੂੰ ਟਾਰਗੇਟ ਕਰਦਾ ਪਿਆ। ਸਾਡੇ ਦੇਸ਼ ਦੇ ਵਿੱਚ, ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਓਪਰੈਸ ਕੀਤਾ ਜਾਂਦਾ ਹੈ ਅਲੱਗ-ਅਲੱਗ ਆਈਡੈਂਟੀਟੀਜ਼ ਨੂੰ ਲੈ ਕੇ, ਠੀਕ ਹੈ। ਕਦੇ ਕਿਸੇ ਦੇ ਰਿਲੀਜਨ ਨੂੰ ਲੈ ਕੇ, ਕਦੇ ਕਿਸੇ ਦੀ ਕਾਸਟ ਨੂੰ ਲੈ ਕੇ, ਕਦੇ ਕਿਸੇ ਦੇ ਇਕਨੋਮਿਕ ਸਟੇਟਸ ਨੂੰ ਲੈ ਕੇ, ਕਦੇ ਕਿਸੇ ਦੀ ਰੇਸ ਨੂੰ ਲੈ ਕੇ, ਜੇ ਤੁਸੀਂ ਬਾਹਰ ਦੇ ਕੰਟੈਕਸਟ 'ਚ ਦੇਖੋ, ਠੀਕ ਹੈ। ਤੇ ਤੁਸੀਂ ਜੇ ਇਹ ਸਾਰੇ ਫੈਕਟਰਸ ਨੂੰ ਜੋੜ ਲਓ, ਓਪਰੈਸ ਕਰਨ ਦਾ ਤਰੀਕਾ ਇੱਕ ਹੀ ਹੁੰਦਾ ਹੈ, ਠੀਕ ਹੈ। ਜਾਂ ਤਾਂ ਉਹਨਾਂ ਨੂੰ ਰਹਿਣ ਦੀ ਜਗ੍ਹਾ ਨਹੀਂ ਦਿੱਤੀ ਜਾਂਦੀ, ਜਾਂ ਉਹਨਾਂ ਨੂੰ ਬੇਸਿਕ ਉਹਨਾਂ ਦੇ ਇੱਕ ਹਿਊਮਨ ਰਾਈਟਸ ਸੈਲੇ ਜਿੱਤ ਜਾਂਦੇ ਕਿ ਲਾਈਕ ਉਹ ਸਸਟੇਨ ਨਾ ਕਰ ਸਕਣ ਆਪਣੇ ਆਪ ਨੂੰ। ਫਾਰਮਰਸ ਆਪਣੀ ਸਸਟੇਨੈਂਸ ਲਈ ਲੜਾਈ ਕਰਦੇ ਪਏ ਹੈਗੇ ਨਾ ਕਿ ਸਾਨੂੰ ਖਾਣਾ ਨਹੀਂ ਮਿਲੇਗਾ, ਸਾਡੀ ਰਹਿਣ ਦੀ ਜਗ੍ਹਾ ਚਲੀ ਜਾਏਗੀ, ਸਾਨੂੰ ਪੈਸੇ ਨਹੀਂ ਮਿਲਣਗੇ, ਅਸੀਂ ਜ਼ਿੰਦਾ ਕਿੱਦਾਂ ਰਵਾਂਗੇ। ਫਿਊਚਰ ਨਹੀਂ ਦਿਖਦਾ, ਸਾਰੀ ਆਈਡੈਂਟੀਟੀਜ਼ ਦਾ ਫਿਊਚਰ ਕਰਬ ਕੀਤਾ ਜਾਂਦਾ ਹੈ। ऑपरेसिव रिजीम्स सारी आइडेंटिटीज़ में ऑपरेशन एक ही तरीके से करते हैं। अगर आप बेसिकली लो इनू फैसिज्म किया जा रहा है ना, एक ही तरीके नाल सारी जगह फंक्शन करता है। बेसिकली इंसान नू डीह्यूमनाइज किया जाता है, एक ही तरीके नाल हुंदा है। थोड़ी बहुत ਵੱਖਰੇ तरीके हो सकते हैं पर बेसलाइन सेम रहती है। ਬੰਦੇ ਨੂੰ ਬੰਦੇ ਵਾਂਗੂ ਨਹੀਂ ਦੇਖਣਾ। ਐਗਜ਼ੈਕਟਲੀ। ਤਾਂ ਉਹ ਜੇ ਤੁਸੀਂ ਸਾਰੇ ਚੀਜ਼ਾਂ ਨੂੰ ਜੋੜ ਲਓ ਤਾਂ ਲੋਕੀ ਇਹ ਦੇਖਦੇ ਪਏ ਕਿ ਲਾਈਕ ਇਹ ਲੋਕੀ ਵੀ ਸਾਡੇ ਲਈ ਲੜਦੇ ਪਏ ਆ। ਫਾਰਮ ਯੂਨੀਅਨਸ ਇਸ ਟਾਈਮ ਲੜਦੇ ਪਏ ਹੈਗੇ, ਕਿਸਾਨ ਬਿੱਲ ਤਾਂ ਹੈਗੇ ਸਾਡੇ ਕੋਲ, ਠੀਕ ਹੈ, ਪਰ ਕੈਪੀਟਲਿਜ਼ਮ ਦੇ ਲਈ ਵੀ ਲੜਦੇ ਪਏ ਕਿ ਲਾਈਕ ਕੈਪੀਟਲਿਜ਼ਮ ਚੰਗਾ ਨਹੀਂ ਹੈਗਾ। ਕੈਪੀਟਲਿਜ਼ਮ ਬੇਸਿਕਲੀ ਇਨਸਾਨਾਂ ਨੂੰ ਇਨਸਾਨ ਨਹੀਂ ਰਹਿਣ ਦਿੰਦਾ। ਜੇ ਤੁਸੀਂ ਕੈਪੀਟਲਿਜ਼ਮ ਨੂੰ ਅੱਜ ਦੀ ਸੋਸਾਇਟੀ ਦੇ ਵਿੱਚ ਦੇਖੋ ਤਾਂ ਤੁਸੀਂ ਇਨਸਾਨਾਂ ਨੂੰ ਚੇਂਜ ਕਰਕੇ ਉਹਨਾਂ ਨੂੰ ਕਮੋਡੀਫਾਈਡ ਬੀਇੰਗ ਬਣਾਤਾ ਹੈ। ਕਿਸਾਨਾਂ ਨੂੰ ਇਨਵੈਸਟਮੈਂਟ ਦੇ ਤੌਰ 'ਤੇ ਦੇਖਿਆ ਜਾਂਦਾ, ਇਹਦੇ ਵਿੱਚ ਮੈਂ ਇੰਨੇ ਪੈਸੇ ਲਾਤੇ, ਹੁਣ ਇਹਦੀ ਜਾਨ ਨਿਕਲ ਜਾਏ, ਕੰਮ ਉਨਾ ਕੱਢਣਾ, ਠੀਕ ਹੈ। ਕੈਪੀਟਲਿਜ਼ਮ ਸਾਰੀ ਦੁਨੀਆ 'ਚ ਕੰਮ ਕਰਦਾ ਪਿਆ ਹੈਗਾ। ਜਿਵੇਂ ਨਾ ਮੇਰੇ ਦੋਸਤ ਆ ਗਏ ਬਾਈ, ਉਹ ਵੀ ਬਾਹਰ ਰਹਿੰਦੇ ਆ, ਉਹ ਕਹਿੰਦੇ ਹੱਸਦੇ ਕਹਿੰਦੇ ਹੁੰਦੇ ਆ, ਹਾਲਾਂਕਿ ਮੈਂ ਤਾਂ ਕਦੇ ਬਾਹਰ ਗਿਆ ਨਹੀਂ। ਉਹ ਕਹਿੰਦੇ ਮੈਂ ਬਾਈ ਯਾਰ ਤੁਹਾਡੇ ਤਾਂ ਸਹੂਲਤਾਂ ਬਹੁਤ ਵਧੀਆ ਮਿਲਦੀਆਂ ਹੈ ਨਾ, ਵੀ ਹੈਲਥ ਨੂੰ ਲੈ ਕੇ। ਉਹ ਕਹਿੰਦਾ ਭਰਾਵਾ ਸਾਨੂੰ ਜਿਉਂਦੇ ਤਾਂ ਰੱਖਦੇ ਆ ਵੀ ਇਹ ਕਿਸ਼ਤਾਂ ਮੋੜਦਾ ਰਹੇ। ਐਗਜ਼ੈਕਟਲੀ ਉਹੀ ਗੱਲ ਆ ਜਾਂਦੀ ਹੈਗੀ ਨਾ ਕਿ ਜਦੋਂ ਅਸੀਂ ਇੰਡੀਆ ਨੂੰ ਦੇਖਦੇ ਹਾਂ ਤਾਂ ਬਾਕੀ ਪੂਰੇ ਵਰਲਡ ਨੂੰ ਦੇਖਦੇ ਹਾਂ। ਅਸੀਂ ਬਾਹਰ ਦੇ ਦੇਸ਼ਾਂ ਨੂੰ ਆਪਣਾ ਆਈਡਲ ਬਣਾ ਲਿਆ ਹੋਇਆ ਕਿ ਉੱਥੇ ਲਾਈਫ ਕਿੰਨੀ ਚੰਗੀ ਆ। ਮੈਂ ਆਪੇ ਬਾਹਰ ਰਹਿੰਦੀ ਹਾਂ ਪਰ ਮੈਂ ਵਾਪਸ ਆ ਕੇ ਇੱਥੇ ਕੰਮ ਕਰਨਾ ਹੈਗਾ। ਮੇਰਾ ਬੇਸਿਕਲੀ ਇਹ ਲੌਜਿਕ ਹੈ। ਮੈਂ ਪੜ੍ਹਨ ਲਈ ਗਈ ਸੀਗੀ, ਠੀਕ ਹੈ, ਪਰ ਜਦੋਂ ਅਸੀਂ ਬਾਹਰ ਦੇ ਦੇਸ਼ਾਂ ਨੂੰ ਆਈਡਲ ਬਣਾਉਂਦੇ ਆ ਨਾ, ਅਸੀਂ ਇਹ ਭੁੱਲ ਜਾਂਦੇ ਹਾਂ ਕਿ ਸਾਡੀ ਬਾਰਗੇਨ ਕੀ ਚੱਲਦੀ ਹੈ ਉਹਨਾਂ ਨਾਲ, ਕਿ ਅਸੀਂ ਕੀ ਖੋ ਰਹੇ ਹਾਂ। ਸਾਡੇ ਤੇ ਜਿਹੜਾ ਕਮਿਊਨਿਟੀ ਕਲਚਰ ਹੈਗਾ, ਅਸੀਂ ਲੋਕਾਂ ਦਾ ਖਿਆਲ ਰੱਖਦੇ, ਅਸੀਂ ਰੈਸਟ ਵੀ ਲੈਂਦੇ ਹਾਂ, ਸਾਡਾ ਇਕੱਠੇ ਬਹਿਣ ਦਾ ਜਿਹੜਾ ਰੁਝਾਨ ਹੈਗਾ ਉਹ ਬਾਹਰ ਉਹਨਾਂ ਨਹੀਂ ਹੈਗਾ। ਉੱਥੇ ਬਹੁਤ ਇੰਡੀਵਿਜੂਅਲਿਸਟਿਕ ਆ, ਲੋਕੀ ਆਪਣੀ ਲਾਈਫ ਜੀਂਦੇ ਹੈਗੇ, ਠੀਕ ਹੈ। ਰੋਜ਼ ਜਿੰਨਾ ਕੰਮ ਕੀਤਾ ਜਾਂਦਾ ਨਾ ਤੁਸੀਂ ਉਹ ਮੈਜ਼ਰ ਨਹੀਂ ਕਰ ਸਕਦੇ।
ਕਿ ਲਾਈਕ ਸਵੇਰ ਤੋਂ ਕੰਮ ਸ਼ੁਰੂ ਹੋ ਜਾਣਾ ਹੈ, ਠੀਕ ਹੈ, ਕੰਪਨੀ ਲਈ ਉਹ ਕੰਮ ਕਰ ਦੇਣਾ, ਕੰਪਨੀ ਦਾ ਕੰਮ ਖਤਮ ਹੋਣ ਤੋਂ ਬਾਅਦ ਹੀ ਤੁਹਾਡੀ ਆਪਣੀ ਰਿਸਰਚ ਹੁੰਦੀ ਹੈ ਕਿ ਤੁਸੀਂ ਅੱਗੇ ਕਿੱਦਾਂ ਵਧਣਾ ਹੈ। ਅੱਗੇ ਵਧਣ ਦੀ ਜੰਗ ਚੱਲਦੀ ਹੁੰਦੀ ਉੱਥੇ, ਲਾਈਕ ਤੁਸੀਂ ਆਪਣੀ ਰਿਸਰਚ ਕਰੋਗੇ ਸ਼ਾਮ ਨੂੰ, ਫੈਮਿਲੀ ਲਈ ਤੁਹਾਨੂੰ 1-2 ਘੰਟੇ ਮਿਲ ਜਾਣਗੇ, ਆਪਣੇ ਲਈ 1-2 ਘੰਟੇ ਮਿਲ ਜਾਣਗੇ, ਕੰਮ ਖਤਮ, ਸਵੇਰੇ ਉੱਠੋ ਫਿਰ ਉਹ ਕੰਮ ਸ਼ੁਰੂ, ਅੱਗੇ ਵਧੋਗੇ ਜ਼ਰੂਰ। ਪਰ ਤੁਸੀਂ ਇਨਸਾਨ ਨਹੀਂ ਹੋ ਉਸ ਪੁਆਇੰਟ, ਤੁਸੀਂ ਕਿਸੇ ਦਾ ਇਨਵੈਸਟਮੈਂਟ ਐਸੈਟ ਹੋ, ਤੁਸੀਂ ਐਸੈਟ ਬਣਾਤਾ ਕਿਸੇ ਨੇ ਤੁਹਾਨੂੰ, ਇੰਨੀ ਇਨਵੈਸਟਮੈਂਟ ਹੋ ਗਈ ਹੈ ਤਾਂ ਇਹ ਤੋਂ ਡਬਲ ਇਹ ਤੋਂ ਮੁਨਾਫਾ ਮਿਲਣਾ ਚਾਹੀਦਾ ਹੈ। ਤੁਹਾਨੂੰ ਮੁਨਾਫੇ ਦੇ ਤੌਰ ਤੇ ਦੇਖਿਆ ਜਾਂਦਾ ਹੈ ਕਿ ਇਹ ਬੰਦਾ ਮੈਨੂੰ ਕਿੰਨਾ ਮੁਨਾਫਾ ਦੇ ਸਕਦਾ ਹੈ। ਅਸੀਂ ਇੱਥੇ ਹਜੇ ਅਸੀਂ ਉਸ ਪੁਆਇੰਟ ਤੱਕ ਇੱਥੇ ਪਹੁੰਚੇ ਨਹੀਂ ਆ, ਪਰ ਜੇ ਸਾਨੂੰ ਪਹੁੰਚ ਗਏ ਤਾਂ ਤੁਸੀਂ ਖਤਮ ਹੋ ਜਾਓਗੇ। ਇਹ ਬਿੱਲ ਸਾਨੂੰ ਉਸੇ ਪੁਆਇੰਟ ਤੇ ਲਿਜਾਣ ਦੀ ਹੀ ਇੱਕ ਕੜੀ ਆ। ਤੇ ਕਿਹੜੇ ਕੰਮ ਕੀਤੇ ਹੁਣ ਇੱਥੇ ਆ ਕੇ ਧਰਨੇ ਦੇ ਵਿੱਚ? ਮੈਂ ਬੇਸਿਕਲੀ ਹਜੇ ਕੰਮ ਕਰਦੀ ਪਈ ਹਾਂ, ਲਾਈਕ ਸਟਾਰਟਿੰਗ 'ਚ ਜਦੋਂ ਆਈ ਸੀ ਤਾਂ ਮੋਸਟਲੀ ਸਮਾਨ ਇਕੱਠਾ ਕਰਕੇ ਲਾਈਕ ਇੱਥੇ ਐਲੋਕੇਸ਼ਨ ਦਾ, ਫਿਰ ਲਾਇਬ੍ਰੇਰੀ ਸੈਟਅਪ ਮੁੰਡਿਆਂ ਨੇ ਕੀਤੀ ਸੀਗੀ ਤਾਂ ਉੱਥੇ ਕਿਤਾਬਾਂ ਕਿਹੜੀਆਂ ਆਉਣੀਆਂ, ਕਿਤਾਬਾਂ ਅਰੇਂਜ ਕਰਨ ਦੇ ਲਈ ਹੈਲਪ ਕਰਦੀ ਪਈ ਸੀਗੀ। ਉਹ ਤੋਂ ਇਲਾਵਾ ਮੈਂ ਹੁਣੇ ਸੈਮੀਨਾਰਸ, ਐਜੂਕੇਸ਼ਨ ਸੈਮੀਨਾਰਸ ਦੀ ਪ੍ਰੈਪਰੇਸ਼ਨ ਕਰਦੀ ਪਈ ਹਾਂ ਕਿ ਇੱਥੇ ਲਾਈਕ ਪ੍ਰੋਫੈਸਰਸ ਨੂੰ ਜਾਂ ਐਕਟਿਵਿਸਟ ਨੂੰ ਜਾਂ ਯੂਨੀਅਨ ਲੀਡਰਸ ਨੂੰ ਇਕੱਠੇ ਬਿਠਾ ਕੇ ਗੱਲਾਂ ਕਰੀਏ, ਕਿਉਂਕਿ ਐਜੂਕੇਸ਼ਨ ਸੈਕਟਰ ਨੂੰ ਤੁਸੀਂ ਰੀਅਲ ਲਾਈਫ ਤੋਂ ਵੱਖਰਾ ਨਹੀਂ ਲੈ ਕੇ ਜਾ ਸਕਦੇ। ਮੋਸਟਲੀ ਅਕੈਡਮੀ ਦਾ ਕ੍ਰਿਟਿਕ ਰਹਿੰਦਾ ਕਿ ਅਕੈਡਮੀ ਨਾ ਉੱਚੀ ਉੱਚੀ ਗੱਲਾਂ ਕਰਦੀ ਹੈ, ਕੰਮ ਨਹੀਂ ਕਰਦੀ ਕੋਈ। ਇਹ ਵੀ ਇੱਕ ਸਕੂਲਿੰਗ ਆ ਜਿਹੜੀ ਐਗਜ਼ੈਕਟਲੀ, ਤਾਂ ਬੇਸਿਕਲੀ ਪ੍ਰੋਫੈਸਰਸ ਜਾਂ ਵੱਖ-ਵੱਖ ਲੋਕਾਂ ਜਿਹਨਾਂ ਦੀ ਐਕਸਪਰਟੀਜ਼ ਹੈ ਚੀਜ਼ਾਂ 'ਚ, ਉਹਨਾਂ ਨੂੰ ਇੱਥੇ ਬੁਲਾਉਣਾ, ਕਿਸਾਨਾਂ ਨਾਲ ਬਿਠਾਉਣਾ ਤੇ ਉਹ ਗੱਲਾਂ ਕਰਨ ਕਿ ਇਹ ਕਿੰਨੀ ਹਿਸਟਰੀ ਰਹੀ ਹੈ ਇਸ ਚੀਜ਼ ਦੀ। ਹਿਸਟਰੀ ਵੀ ਨਹੀਂ ਲਾਈਕ ਕ੍ਰਿਟੀਕਲੀ ਇਹ ਕੁਐਸਚਨਸ ਨੂੰ ਕਿੱਦਾਂ ਸੋਚੀਏ, ਲੋਕਾਂ ਨੂੰ ਕੁਐਸਚਨ ਕਰਨਾ ਸਿਖਾਉਣਾ, ਉਹਨਾਂ ਦੇ ਜਿਹੜੇ ਆਲਰੇਡੀ ਕੁਐਸਚਨ ਹੈਗੇ ਉਹਨਾਂ ਨੂੰ ਹੋਰ ਨੂਆਂਸ ਕਿੱਦਾਂ ਬਣਾਈਏ। ਉਹਦੇ ਲਈ ਮੈਂ ਹੁਣ ਸੈਸ਼ਨਸ ਪ੍ਰਿਪੇਅਰ ਕਰਦੀ ਪਈ ਹਾਂ ਤੇ ਹੋਰ ਵੀ ਲਾਈਕ ਜਿਹੜੇ ਕੰਮ ਰੋਜ਼ ਆਉਂਦੇ ਉਹ ਤਾਂ ਹੁੰਦੇ ਹੀ ਹੁੰਦੇ, ਲਾਈਕ ਪਤਲਾ ਅਰੇਂਜ ਕਰਨਾ, ਇੱਧਰ ਉੱਧਰ ਲਾਈਕ ਕੰਟੈਕਟਸ ਹੈਗੇ, ਫੋਨ ਕਰਕੇ ਇੱਧਰ ਇਹ ਸਮਾਨ ਚਾਹੀਦਾ, ਉੱਧਰ ਉਹ ਸਮਾਨ ਚਾਹੀਦਾ, ਬੇਸਿਕਲੀ ਸਰਵਿਸ ਦਾ ਕੰਮ ਹੈ। ਸੰਘਰਸ਼ ਲਈ ਜਿਹੜੇ ਯੂਨੀਅਨ ਲੀਡਰਸ ਹੈਗੇ ਉਹ ਤਾਂ ਬੈਠੇ ਹੋਏ ਅੱਗੇ, ਆਪਣਾ ਕੰਮ ਇੱਥੇ ਹੈਗਾ ਕਿ ਲਾਈਕ ਲੋਕਾਂ ਦੀ ਲਾਈਫ ਇੱਥੇ ਕਿੱਦਾਂ ਆਰਾਮਦੀ ਬਣਾਈਏ ਤੇ ਉਹਨਾਂ ਨੂੰ ਕਿੱਦਾਂ ਹੋਰ ਉਹ ਸਹੂਲਤਾਂ ਦੀ ਜਿਹੜੇ ਉਹਨਾਂ ਨੂੰ ਆਲਰੇਡੀ ਨਹੀਂ ਮਿਲਦੀਆਂ ਸੀਗੀਆਂ। ਐਜੂਕੇਸ਼ਨ ਬਹੁਤ ਸਾਡੀ ਪੰਜਾਬ ਦੇ ਵਿੱਚ ਲਾਈਕ ਹੈਗੀ ਆ ਪਰ ਉਨੀ ਚੰਗੀ ਨਹੀਂ ਹੈਗੀ ਆ, ਤੇ ਉਹ ਅਸੀਂ ਜੇ ਸਾਨੂੰ ਅਸੀਂ ਦੇ ਸਕਦੇ ਹਾਂ ਇਸ ਪੁਆਇੰਟ ਤੇ ਇੱਥੇ ਆ ਕੇ, ਜਿੱਥੇ ਲੋਕੀ ਆਲਰੇਡੀ ਕੁਐਸਚਨ ਕਰਦੇ ਪਏ ਹੈਗੇ, ਤਾਂ ਕਿਉਂ ਨਾ ਉਸ ਚੀਜ਼ ਨੂੰ ਹੋਰ ਫਰੂਟਫੁਲੀ ਯੂਜ਼ ਕਰਕੇ ਉਹਨੂੰ ਹੋਰ ਵਧਾਈਏ। ਪੰਜਾਬ ਦਾ ਯੂਥ ਤੇ ਸਾਰੇ ਬਜ਼ੁਰਗ ਲੋਕ ਇਸ ਟਾਈਮ ਪੜ੍ਹਦੇ ਪਏ ਹੈਗੇ, ਤੁਸੀਂ ਰਜਿਸਟਰ ਆ ਕੇ ਸਾਡੇ ਦੇਖੋ, ਪੇਜ ਤੇ ਪੇਜ ਭਰੇ ਹੋਏ ਹੈਗੇ, ਲੋਕੀ ਆ ਕੇ ਪੁੱਛਦੇ ਇਹ ਕਿਤਾਬ ਹੈਗੀ, ਇਹ ਰਾਈਟਰ ਦੀ ਕਿਤਾਬ ਹੈਗੀ। ਜੇ ਇੰਟਰਸਟ ਜਾਗਿਆ ਪਿਆ ਤਾਂ ਹੋਰ ਜਗਾਓ। ਬਹੁਤ ਬਹੁਤ ਸ਼ੁਕਰੀਆ ਗੱਲਬਾਤ। ਥੈਂਕ ਯੂ ਜੀ। ਸੋ ਇਹ ਬਿਲਕੁਲ ਗੱਲ ਆ ਵੀ ਇੱਕ ਇਤਿਹਾਸ ਆ, ਇੱਕ ਕ੍ਰਾਂਤੀ ਆ, ਇਹਨੂੰ ਕੋਈ ਜਿਵੇਂ ਮਰਜ਼ੀ ਦੇਖੇ, ਇਹਦੇ ਕਾਰਨ ਜਿਵੇਂ ਮਰਜ਼ੀ ਦੇਖੇ, ਕੋਈ ਆਪਦੇ ਆਪ ਨੂੰ ਵਡਿਆਲੇ, ਕੋਈ ਕਿਸੇ ਨੂੰ ਵਡਿਆਲੇ, ਪਰ ਅਸਲ ਗੱਲ ਇਹ ਆ ਕਿ ਇਹ ਕਮਾਈ ਆ, ਇਹ ਪੰਜਾਬ ਦੀ ਕਮਾਈ ਆ, ਸਾਡੇ ਇਸ ਖਿੱਤੇ ਦੀ ਕਮਾਈ ਆ, ਜਿਹਦੇ ਵਿੱਚ ਇਸ ਇਤਿਹਾਸ 'ਚ ਸ਼ਾਮਲ ਹੋਣਾ ਬਹੁਤ ਵੱਡੀ ਗੱਲ ਆ, ਮਾਣ ਵਾਲੀ ਗੱਲ ਆ। ਬਾਕੀ ਤੁਸੀਂ ਜੁੜੇ ਰਹੋ ਅੱਖਰ ਦੇ ਨਾਲ, ਬਹੁਤ ਸਾਰੀਆਂ ਹੋਰ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ। ਧੰਨਵਾਦ ਜੀ।